तुमरी शरण तुम्हारी आशा, तुम ही सज्जन सुहेले। राखो राखण हार दयाला, नानक करके गोले। सतनाम। धन वाहिगुरु साहिब जी। गोड़ी महला नौवां। प्राणी को हर जस मन नहीं आवे, अहनिस मगन रह माया में। कहो कैसे गुण गावे, प्राणी को हर जस मन नहीं आवे, अहनिस मगन रह माया में। कहो कैसे गुण गावे, रहाओ। पूत मीत माया ममता स्यों, ए विद आप बंधावे। मृग तृष्णा जो झूठो एह, जग देख तास उठ तहावे। उगत मुकत का कारण स्वामी, मूढ़ ताहे विसरावे। जन नानक कोटन में को, भजन राम को पावे। बिच वाला बंद कर दो। उगत मुकत का कारण स्वामी, मूढ़ ताहे विसरावे। जन नानक कोटन में को, भजन राम को पावे। वाहिगुरु जी का खालसा, वाहिगुरु जी की फतेह। साहिबां दी साजी निवाजी साध संगत जी, गुरु ग्रंथ साहब महाराज जी दी पावन पाक हजूरी दे विच संध्या वेले गुरु दर ते नकमस्तक होने का सुभाग समा प्राप्त होया है। इस स्थान ते धन धन गुरु तेग बहादुर महाराज नौवें गुरु नानक जिन्हां दा 400 साला प्रकाश पुरब आ रहा है, उस दे संबंध विच सतगुरां दी 400 साला शताब्दी नूं मुख रखदिआं आप संगतां दे उपराले सदका अस्थान ते गुरु तेग बहादुर महाराज जी की अमृत बाणी की लड़ीवार विचार आरंभ हुई है। असी हुण तक साहिबां दे 2 शबद जिन्हां दी विचार सरवण कीती है, अज तीजे शबद का मूल पाठ आप सारियां ने बड़े प्रेम सहित सरवण कीता है। आओ गुरदेव पिता जी ने जो साडे सारियां दे उत्ते बख्शिश कीती और ये पावन उपदेश
ਦੇ ਰਾਹੀਂ ਸਾਨੂੰ ਆਪਣੇ ਫਰਜ਼ਾਂ ਬਾਰੇ ਜਾਣੂ ਕਰਾਇਆ, ਨਾਲ ਜਿਸ ਕਰਕੇ ਸਾਡੇ ਹਿਰਦੇ ਵਿੱਚ ਪਰਮਾਤਮਾ ਦੀ ਸਿਫਤ ਨਹੀਂ ਟਿਕਦੀ। ਅੱਜ ਦੇ ਪਾਵਨ ਸ਼ਬਦ ਰਾਹੀਂ ਸਤਿਗੁਰੂ ਉਸ ਦਾ ਕਾਰਨ ਦੱਸ ਰਹੇ ਹਨ ਕਿ ਸਾਨੂੰ ਪਰਮਾਤਮਾ ਦੇ ਨਾਮ ਦਾ ਰਸ ਕਿਉਂ ਨਹੀਂ ਆਉਂਦਾ। ਕਿਉਂਕਿ ਬਹੁਤ ਸਾਰੇ ਪ੍ਰਾਣੀ ਨੇ ਜਿਹੜੇ ਇਹ ਗੱਲ ਆਖਦੇ ਨੇ, ਅਸੀਂ ਪਾਠ ਕਰਦੇ ਹਾਂ, ਮਨ ਨਹੀਂ ਲੱਗਦਾ, ਗੁਰਦੁਆਰੇ ਬਹਿੰਦੇ ਹਾਂ, ਰਸ ਨਹੀਂ ਬਣਦਾ। ਉਹ ਕੀ ਕਾਰਨ ਹੈ ਜੋ ਸਾਡੇ ਨਾਲ ਇਸ ਤਰ੍ਹਾਂ ਵਰਤਾਰਾ ਵਰਤ ਰਿਹਾ ਹੈ? ਔਰ ਕਈ ਵਾਰੀ ਤੇ ਇਹ ਗੱਲਾਂ ਸੁਣਦਿਆਂ ਕਰਦਿਆਂ ਸਾਡੀ ਪੂਰੀ ਜ਼ਿੰਦਗੀ ਬਤੀਤ ਹੋ ਜਾਂਦੀ ਹੈ, ਪਰ ਇਹਨਾਂ ਸਾਰੀਆਂ ਗੱਲਾਂ ਦਾ ਹੱਲ ਅਸੀਂ ਲੱਭ ਨਹੀਂ ਪਾਉਂਦੇ। ਸੋ ਮੇਰੇ ਸਤਿਗੁਰੂ ਨੇ ਬੜੀ ਕਿਰਪਾ ਕੀਤੀ, ਇਹ ਗੱਲ ਸਾਡੇ ਜ਼ਿਹਨ ਨਸੀਨ ਕੀਤੀ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਆਓ ਅੱਜ ਦੇ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਮਨੋਬਿਰਤੀਆਂ ਇਕਾਗਰ ਕਰੋ। ਪ੍ਰੇਮ ਸਹਿਤ ਸਾਹਿਬਾਂ ਨੂੰ ਝੁਕਾਓ ਸੀਸ, ਗੁਰ ਮੰਤਰ ਦੀ ਸਾਂਝ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ। ਮਨੁੱਖੀ ਜੀਵਨ ਦੇ ਵਿੱਚ ਜਦੋਂ ਅਸੀਂ ਵਿਚਰ ਰਹੇ ਹਾਂ ਤਾਂ ਇਸ ਮਨੁੱਖੀ ਜੀਵਨ ਦੇ ਬਹੁਤ ਸਾਰੇ ਫਰਜ਼ ਨੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਨੇ ਸਾਡੀ ਝੋਲੀ ਵਿੱਚ ਪਾਏ। ਜਾਂ ਇਸ ਤਰ੍ਹਾਂ ਆਖ ਲਵਾਂ ਕਿ ਸਤਿਗੁਰ ਕਹਿੰਦੇ ਨੇ, ਅਵਰ ਜੂਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਅਸੀਂ ਇਸ ਧਰਤੀ ਦੇ ਸਰਦਾਰ ਹਾਂ, ਸਾਰੀ ਕਾਇਨਾਤ ਦੇ ਜਿਤਨੇ ਜੀਵ ਹਾਂ ਉਹਨਾਂ ਦੇ ਸ਼੍ਰੋਮਣੀ ਹਾਂ। ਇਸ ਕਰਕੇ ਯਾਦ ਰੱਖਣਾ, ਜਿਤਨਾ ਕੋਈ ਵੱਡਾ ਹੋਵੇਗਾ ਉਸ ਦੀਆਂ ਜ਼ਿੰਮੇਵਾਰੀਆਂ ਵੀ ਉਤਨੀਆਂ ਵੱਡੀਆਂ ਹੁੰਦੀਆਂ ਨੇ। ਛੋਟੇ ਦੀ ਜ਼ਿੰਮੇਵਾਰੀ ਘੱਟ, ਵੱਡੇ ਦੀ ਜ਼ਿੰਮੇਵਾਰੀ ਪਰਿਵਾਰ ਵਿੱਚ ਵੀ ਵੱਧ ਹੁੰਦੀ ਹੈ। ਤੇ ਜੇ ਆਪਾਂ ਸਾਰੀਆਂ ਜੂਨਾਂ ਦੇ ਸਰਦਾਰ ਹਾਂ ਤੇ ਸਾਡੀ ਜ਼ਿੰਮੇਵਾਰੀ ਸਾਰੀਆਂ ਜੂਨਾਂ ਤੋਂ ਵੱਧ ਹੈ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਇਸ ਕਰਕੇ ਗੁਰਦੇਵ ਪਿਤਾ ਨੇ ਪਿਆਰਿਓ ਸਾਨੂੰ ਜਿੱਥੇ ਕਿ ਸਮਾਜਿਕ ਤੌਰ ਤੋਂ, ਆਪਣੇ ਪਰਿਵਾਰਕ ਤੌਰ ਤੋਂ, ਆਰਥਿਕ ਤੌਰ ਤੋਂ, ਰਾਜਨੀਤਿਕ ਤੌਰ ਤੋਂ ਸਾਡੀਆਂ ਆਪਣੀਆਂ ਕੁਝ ਜ਼ਿੰਮੇਵਾਰੀਆਂ ਨੇ, ਉੱਥੇ ਸਭ ਤੋਂ ਵੱਡੀ ਮਨੁੱਖਾ ਜੀਵਨ ਦੀ ਜ਼ਿੰਮੇਦਾਰੀ ਇਹ ਹੈ ਕਿ ਧਾਰਮਿਕ ਤੌਰ ਤੋਂ ਅਸੀਂ ਧਰਮ ਨੂੰ ਕਿਤਨਾ ਕੁ ਅਪਣਾਉਂਦੇ ਹਾਂ। ਦੇਖੋ ਕਈ ਵਾਰੀ ਕੀ ਹੁੰਦਾ ਹੈ ਕਿ ਧਰਮ ਸਾਡੇ ਜੀਵਨ ਵਿੱਚ ਗੱਲੀ ਬਾਤੀ ਹੁੰਦਾ ਹੈ, ਪਰ ਜੋ ਧਰਮ ਗੁਰਦੇਵ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਸਾਡੀ ਝੋਲੀ 'ਚ ਪਾਉਣਾ ਚਾਹੁੰਦੇ ਨੇ, ਉਸ ਧਰਮ ਤੋਂ ਕਈ ਵਾਰੀ ਅਸੀਂ ਵਾਂਝੇ ਹੁੰਦੇ ਹਾਂ। ਉਸ ਦਾ ਕਾਰਨ ਵੀ ਗੁਰਦੇਵ ਪਿਤਾ ਅੱਜ ਸਮਝਾਉਣਾ ਚਾਹੁੰਦੇ ਨੇ ਕਿ ਕੀ ਕਾਰਨ ਹੈ ਸਾਡੀ ਜ਼ਿੰਦਗੀ ਵਿੱਚ ਪਰਮਾਤਮਾ ਦੀ ਸਿਫਤ, ਵਾਹਿਗੁਰੂ ਦੀ ਵਡਿਆਈ ਉਹ ਮਨ ਵਿੱਚ ਸਾਡੇ ਕੋਲੋਂ ਵਸਾਣੀ ਨਹੀਂ ਆਉਂਦੀ। ਇਸ ਮਨ ਦੇ ਵਿੱਚ ਵਾਹਿਗੁਰੂ ਦੀ ਸਿਫਤ ਕਿਵੇਂ ਵਸੇ, ਇਹ ਗੱਲ ਤੋਂ ਸਤਿਗੁਰੂ ਸ਼ੁਰੂਆਤ ਕਰਦੇ ਨੇ। ਗੋੜੀ ਮਹਿਲਾ 9ਵਾਂ, ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੈ। ਇਹ ਪਾਵਨ ਸ਼ਬਦ ਪਾਵਨ ਅੰਕ 219 ਦੇ ਉੱਤੇ ਹੈ। ਗੋੜੀ ਰਾਗ ਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਤੀਜਾ ਸ਼ਬਦ ਹੈ। ਔਰ ਸਤਿਗੁਰੂ ਜੀ ਇਸ ਸ਼ਬਦ ਰਾਹੀਂ ਸਮਝਾ ਰਹੇ ਨੇ ਪ੍ਰਾਣੀ, ਪ੍ਰਾਣੀ ਦਾ ਅਰਥ ਹੈ ਮਨੁੱਖ। ਆਖਰ ਨੇ ਇਹ ਭਾਈ, ਮਨੁੱਖ ਨੂੰ ਪਰਮਾਤਮਾ ਦੀ ਸਿਫਤ ਸਲਾਹ, ਵਾਹਿਗੁਰੂ ਦਾ ਜਸ ਆਪਣੇ ਹਿਰਦੇ ਵਿੱਚ ਵਸਾਣਾ ਨਹੀਂ ਆਉਂਦਾ, ਜਾਂ ਸਿਫਤ ਵਸਾਣੀ ਨਹੀਂ ਆਉਂਦੀ ਵਾਹਿਗੁਰੂ ਜੀ ਦੀ। ਇਹ ਗੱਲ ਇਹ ਵੀ ਯਾਦ ਰੱਖਣਾ, ਜੀਵਨ 'ਚ ਸਾਡੇ ਮਨ ਵਿੱਚ ਬੜਾ ਕੁਝ ਵਸਿਆ। ਜਨਮ ਤੋਂ ਲੈ ਕੇ ਅੱਜ ਤੱਕ ਕਿਤਨਾ ਕੁ ਸਾਮੀ ਬੈਠੇ ਹਾਂ, ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਕਈ ਵਾਰੀ ਜਿਹੜਾ ਸਾਡੇ ਅੰਦਰ ਵਸਿਆ ਨਾ, ਉਹ ਪਰਤਾਂ ਅੰਦਰ ਪਰਤਾਂ ਢੱਕਿਆ ਜਾਂਦਾ ਹੈ। ਜਿਵੇਂ ਕਦੀ ਨਦੀ ਦਾ ਕਿਨਾਰੇ ਤੇ ਜਾ ਕੇ ਵੇਖੋ ਨਾ, ਨਦੀ ਦਾ ਪਾਣੀ ਚੜ੍ਹਦਾ, ਬਰਸਾਤਾਂ ਦੇ ਅੰਦਰ ਇੱਕ ਪਰਤ ਜੰਮ ਜਾਂਦੀ ਹੈ, ਜਦੋਂ ਉਹ ਉਤਰ ਜਾਂਦਾ ਹੈ ਉਸ ਤੋਂ ਬਾਅਦ ਫਿਰ ਇੱਕ ਪਰਤ ਬਣ ਜਾਂਦੀ ਹੈ, ਫਿਰ ਚੜ੍ਹਦਾ, ਫਿਰ ਰੇਤਾ ਚੜ੍ਹ ਜਾਂਦਾ, ਪਹਿਲੀ ਪਰਤ ਫਿਰ ਢੱਕੀ ਜਾਂਦੀ ਹੈ। ਇਸ ਤਰ੍ਹਾਂ ਸਾਡੇ ਅੰਦਰ ਫੁਰਨਿਆਂ ਦੀ ਪਰਤਾਂ ਦੀਆਂ ਪਰਤਾਂ ਜੰਮੀਆਂ ਪਈਆਂ ਨੇ।
ਐਡੇ ਖਿਆਲਾਤ, ਐਡੀਆਂ ਵਿਚਾਰਾਂ, ਐਡੀਆਂ ਚੀਜ਼ਾਂ ਸਾਡੇ ਮਨ ਵਿੱਚ ਪਈਆਂ ਨੇ। ਇਸ ਕਰਕੇ ਸਾਡੇ ਮਨ ਦੇ ਵਿੱਚ ਹੋਰ ਬਹੁਤ ਕੁਝ ਵਸਿਆ ਹੋਇਆ ਹੈ, ਪਰ ਸਾਡੇ ਮਨ ਵਿੱਚ ਪਰਮਾਤਮਾ ਦੀ ਸਿਫਤ ਨਹੀਂ ਵਸਦੀ। ਕਿਉਂ ਨਹੀਂ ਵਸਦੀ? ਕਿਉਂਕਿ ਸਤਿਗੁਰ ਨੇ ਬਾਣੀ ਵਿੱਚ ਇੱਕ ਗੱਲ ਸਪਸ਼ਟ ਕਰ ਦਿੱਤੀ, ਕਹਿੰਦੇ ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਇਹ ਰਸ ਪਹਿਚਾਣਿਆ। ਕਹਿੰਦੇ ਉਹ ਰਸ ਛਾੜੇ ਇਹ ਰਸ ਆਵਾ। ਜੇ ਆਪਾਂ ਦੁਨਿਆਵੀ ਰਸ ਛੱਡ ਦਿੰਦੇ ਆ ਨਾ, ਤਾਂ ਜਾ ਕੇ ਕਿਤੇ ਇਹ ਨਾਮ ਦਾ ਰਸ ਆਉਣਾ, ਪਰ ਉਹ ਰਸ ਸਾਡਾ ਮਨ ਛੱਡਦਾ ਨਹੀਂ। ਨਿੰਦਾ, ਚੁਗਲੀ, ਮੇਰ ਤੇਰ, ਇਹ ਸਾਡੇ ਮਨ ਨੂੰ ਚੀਜ਼ਾਂ ਚੰਗੀਆਂ ਲੱਗਦੀਆਂ, ਇਸ ਕਰਕੇ ਸਾਡੇ ਮਨ 'ਚ ਵਸੀਆਂ ਨੇ। ਬਚਪਨ ਦੀਆਂ ਕਈ ਗੱਲਾਂ ਸਾਡੇ ਚੇਤੇ ਹੋਣਗੀਆਂ, ਕਿਸੇ ਨਾਲ ਸਾਡੀ ਲੜਾਈ ਹੋਈ, ਕੋਈ ਝਗੜਾ ਹੋਇਆ, ਉਹ ਚੇਤੇ ਅਜੇ ਭੁੱਲਿਆ ਨਹੀਂ ਸਾਨੂੰ। ਪਰਿਵਾਰ ਦੇ ਵਿੱਚ ਕਿਸੇ ਨੇ ਕੋਈ ਗੱਲ ਆਖੀ, ਉਹ ਚੇਤੇ ਰੱਖਦੇ ਹਾਂ ਅਸੀਂ, ਭੁੱਲਦੇ ਨਹੀਂ ਹਾਂ। ਪਰ ਗੁਰੂ ਸਾਹਿਬ ਰੋਜ਼ ਸਾਨੂੰ ਨਾਮ ਚੇਤੇ ਕਰਾਉਂਦੇ ਨੇ, ਇਹ ਚੇਤੇ ਆਉਂਦਾ ਨਹੀਂ ਹੈ। ਜਿਹੜੀ ਵਿਚਾਰਧਾਰਾ, ਜਿਹੜਾ ਉਪਦੇਸ਼ ਸਤਿਗੁਰੂ ਜੀ ਦ੍ਰਿੜ ਕਰਾਉਂਦੇ ਨੇ, ਇਹ ਉਪਦੇਸ਼ ਸਾਨੂੰ ਪੌੜੀਆਂ ਉਤਰਦੇ ਸਾਰ ਭੁੱਲ ਜਾਂਦਾ। ਸਾਨੂੰ ਕੋਈ ਪੁੱਛ ਕੇ ਵੇਖੇ ਤਾਂ ਸਹੀ ਵੀ ਅੱਜ ਦਾ ਮੁੱਖ ਵਾਕ ਕਿਹੜਾ ਆਇਆ, ਤੇ ਮੇਰੇ ਵਰਗੇ ਕਈ ਗਿਆਨੀਆਂ ਨੂੰ ਵੀ ਨਹੀਂ ਪਤਾ ਹੋਣਾ ਵੀ ਮੁੱਖ ਵਾਕ ਕਿਹੜਾ ਆਇਆ ਸੀ। ਪਰ ਕਿਸੇ ਨੇ ਗਾਲ ਕੱਢੀ, ਉਹ ਚੇਤੇ ਹੈ। ਕਿਸੇ ਨੇ ਕੋਈ ਮਾੜਾ ਵਚਨ ਆਖਿਆ, ਉਹ ਚੇਤੇ ਹੈ। ਕਿਸੇ ਦੀ ਬੁਰਾਈ, ਉਹ ਚੇਤੇ ਹੈ, ਪਰ ਜਸ ਚੇਤੇ ਨਹੀਂ। ਉਸਦਾ ਇੱਕੋ ਹੀ ਕਾਰਨ ਹੈ ਕਿ ਇਸ ਜੀਵਨ ਦੇ ਵਿੱਚ ਬਹੁਤ ਸਾਰੇ ਰਸ ਨੇ। ਰਸ ਸੋਇਨਾ, ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ। ਐਡੇ ਰਸ, ਇਹ ਰਸ ਹੈਗੇ ਨਾ ਸਾਡੇ ਜੀਵਨ 'ਚ। ਇੱਥੇ ਜੋ ਰਸ ਮਿੱਠਾ, ਘਿਓ, ਸ਼ੱਕਰ, ਪਤਾ ਨਹੀਂ ਕਿਤਨੇ ਰਸਾਂ ਦਾ ਜ਼ਿਕਰ ਗੁਰੂ ਨਾਨਕ ਪਿਤਾ ਮਹਾਰਾਜ ਨੇ ਆਪਣੀ ਬਾਣੀ 'ਚ ਕੀਤਾ। ਰਸ ਮਾਸ ਤੱਕ ਦੇ ਜ਼ਿਕਰ ਸਤਿਗੁਰ ਨੇ ਕੀਤੇ। ਤੇ ਗੁਰਦੇਵ ਪਿਤਾ ਇਹਨਾਂ ਸਾਰੇ ਰਸਾਂ ਦੇ ਪਿੱਛੇ ਇੱਕ ਗੱਲ ਨਿਬੇੜਦੇ ਨੇ, ਕਹਿੰਦੇ ਨੇ ਏਤੇ ਰਸ ਸਰੀਰ ਕੇ ਕੈਕਟ ਨਾਮ ਨਿਵਾਸ। ਭਾਈ ਸਿੱਖਾ, ਤੇਰੇ ਜੀਵਨ ਵਿੱਚ ਐਡੇ ਰਸ ਲੱਗੇ ਹੋਏ ਨੇ, ਦੱਸ ਨਾਮ ਦਾ ਨਿਵਾਸ ਕਿੱਥੇ ਹੋਏਗਾ? ਉਹ ਰਸ ਛੱਡਣ ਵਾਸਤੇ ਤਿਆਰ ਨਹੀਂ ਆ। ਇਸ ਕਰਕੇ ਸਤਿਗੁਰ ਆਖਦੇ ਨੇ ਕਿ ਮਨੁੱਖ ਨੂੰ ਪਰਮਾਤਮਾ ਦੀ ਸਿਫਤ ਸਲਾਹ ਆਪਣੇ ਮਨ ਵਿੱਚ ਵਸਾਣੀ ਨਹੀਂ ਆਉਂਦੀ। ਉਹਦਾ ਕਾਰਨ ਅਹਨਿਸ ਮਗਨ ਰਹਿ ਮਾਇਆ ਮੈਂ, ਕਹੋ ਕੈਸੇ ਗੁਣ ਗਾਵੇ। ਮਾਰਕ ਨੇ ਦੱਸੋ, ਉਹ ਮਨੁੱਖ ਕਿਵੇਂ ਪਰਮਾਤਮਾ ਦੇ ਗੁਣ ਗਾ ਸਕਦਾ ਹੈ, ਵਾਹਿਗੁਰੂ ਦੀ ਸਿਫਤ ਕਰ ਸਕਦਾ ਹੈ, ਜਿਹੜਾ ਮਨੁੱਖ ਦਿਨ ਰਾਤ ਮਾਇਆ ਦੇ ਮੋਹ ਵਿੱਚ ਹੀ ਮਸਤ ਰਹਿੰਦਾ ਹੈ। ਅਸੀਂ ਮਗਨ ਹਾਂ। ਔਰ ਬਾਣੀ ਵਿੱਚ ਵਾਰ-ਵਾਰ ਇਹ ਲਫ਼ਜ਼ ਵਰਤਿਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਅੱਗੇ ਜਾ ਕੇ ਵੀ, ਜਦੋਂ ਸੋਰਠ ਰਾਗ 'ਚ ਬਾਣੀ ਪੜਾਂਗੇ ਨਾ, ਤੇ ਉੱਥੇ ਵੀ ਗੁਰਦੇਵ ਪਿਤਾ ਨੇ ਜ਼ਿਕਰ ਕੀਤਾ, ਤਨ ਪ੍ਰਭਤਾ ਕੇ ਮਦ ਮੈਂ ਅਹਨਿਸ ਰਹਿ ਦੀਵਾਨਾ। ਵੀ ਮਨੁੱਖ ਤਨ ਪ੍ਰਭਤਾ, ਜਵਾਨੀ ਦੇ ਨਸ਼ੇ ਵਿੱਚ ਦੀਵਾਨਾ ਬਣਿਆ ਫਿਰਦਾ, ਮਗਨ ਰਹਿੰਦਾ ਬਿਲਕੁਲ। ਔਰ ਨਿਸ ਦਿਨ, ਦਿਨ ਰਾਤ ਮਗਨ ਹੈ। ਹੁਣ ਜਿਹੜਾ ਮਗਨ ਹੈ, ਉਸ ਨੂੰ ਆਵਾਜ਼ ਕਿੱਥੇ ਸੁਣੇਗੀ ਗੁਰੂ ਦੀ? ਤੁਹਾਡੇ ਘਰਾਂ 'ਚ ਛੋਟੇ ਬੱਚੇ ਨੇ ਨਾ, ਧਿਆਨ ਨਾਲ ਤੱਕਣਾ ਕਿਤੇ, ਜੇ ਉਹ ਮੋਬਾਈਲ ਦੇ ਵਿੱਚ ਕੋਈ ਕਾਰਟੂਨ ਵੇਖ ਰਹੇ ਨੇ, ਉਹਨਾਂ ਨੂੰ ਆਵਾਜ਼ ਮਾਰੋ, ਨਹੀਂ ਸੁਣਦੀ ਉਹਨਾਂ ਨੂੰ। ਕਿਉਂ? ਕਿਉਂਕਿ ਉਹ ਮਗਨ ਹੋਏ ਨੇ। ਟੀਵੀ ਲੱਗਿਆ, ਬੱਚੇ ਟੀਵੀ ਵੇਖ ਰਹੇ ਨੇ, ਉਹਨਾਂ ਨੂੰ ਆਵਾਜ਼ ਮਾਰੋ, ਨਹੀਂ ਸੁਣਦੀ। ਮਾਂ 10-10 ਆਵਾਜ਼ਾਂ ਮਾਰਦੀ ਹੈ, ਬੇਟਾ ਰੋਟੀ ਖਾ ਲਓ, ਬੱਚਿਆਂ ਨੂੰ ਸੁਣਦਾ ਹੀ ਨਹੀਂ। ਮਾਂ ਔਖੀ ਹੁੰਦੀ ਹੈ, ਮੈਂ ਇਤਨੇ ਦੇਰ ਤੋਂ ਆਵਾਜ਼ ਮਾਰਦੀ ਸੀ, ਬੱਚੇ ਕਹਿੰਦੇ ਸਾਨੂੰ ਪਤਾ ਹੀ ਨਹੀਂ ਚੱਲਿਆ, ਕਿਉਂਕਿ ਟੀਵੀ 'ਚ ਉਹ ਮਗਨ ਸੀ ਨਾ, ਕਾਰਟੂਨਾਂ ਵਿੱਚ ਮਗਨ ਸੀ। ਹੁਣ ਜਿਹੜਾ ਮਨੁੱਖ ਮਾਇਆ ਦੇ ਵਿੱਚ ਮਗਨ ਹੈ, ਉਸ ਨੂੰ ਗੁਰੂ ਦੀ ਆਵਾਜ਼ ਕਿੱਥੇ ਸੁਣੇ? ਗੁਰੂ ਦਾ ਉਪਦੇਸ਼ ਕਿੱਥੇ ਸੁਣੇ? ਕਿਉਂਕਿ ਮਗਨ ਹੋਇਆ ਹੋਇਆ। ਤੇ ਸਤਿਗੁਰ ਕਹਿੰਦੇ ਨੇ, ਇੱਕ ਦਿਨ ਨਹੀਂ, 2 ਦਿਨ ਨਹੀਂ, ਅਹਨਿਸ ਦਿਨ ਰਾਤ ਤੂੰ ਮਾਇਆ ਦੇ ਮੋਹ ਵਿੱਚ ਮਗਨ ਰਹਿਣਾ ਹੈ। ਪਦਾਰਥਾਂ ਦੇ ਰਸ ਪਿਆਰੇ ਲੱਗਦੇ ਨੇ, ਦੁਨਿਆਵੀ ਧਨ ਪਦਾਰਥ ਇਹ ਚੰਗਾ ਲੱਗਦਾ ਹੈ। ਔਰ ਇਹੀ ਸਾਡੀ ਜ਼ਿੰਦਗੀ ਦਾ ਕਾਰਨ ਹੈ ਕਿ ਗੁਰਦੇਵ ਪਿਤਾ ਕਹਿੰਦੇ ਨੇ ਕਿ ਮਾਇਆ ਮਮਤਾ ਮੋਹਣੀ, ਜਿਹੜੀ ਮਾਇਆ ਦੀ ਆਪਣਤ ਹੈ ਨਾ, ਇਹ ਸਾਨੂੰ ਮੋਹ ਲੈਣ ਵਾਲੀ, ਆਪਣੇ ਮੋਹ ਵਿੱਚ ਫਸਾਉਂਦੀ ਹੈ।
ਇਹ ਤਨ ਮੇਰਾ, ਇਹ ਪਦਾਰਥ ਮੇਰੇ, ਇਹ ਘਰ ਮੇਰਾ, ਇਹ ਪਰਿਵਾਰ ਮੇਰਾ, ਇਹ ਆਪਣਤ ਹੈ ਮਾਇਆ ਦੀ, ਤੇ ਸਾਨੂੰ ਆਪਣੇ ਮੋਹ ਵਿੱਚ ਮੋਹ ਲੈਂਦੀ ਹੈ। ਇਸ ਕਰਕੇ ਗੁਰਦੇਵ ਨੇ ਆਖਿਆ ਕਿ ਮਾਇਆ ਐਸੀ ਮੋਹਨੀ ਭਾਈ, ਜੇਤੇ ਜੀ ਤੇਤੇ ਢਹਿਕਾਈ। ਇਹੋ ਜਿਹੀ ਮਾਇਆ ਮੋਹਨੀ ਹੈ ਕਿ ਜਿਤਨੇ ਜੀ ਨੇ ਸਾਰਿਆਂ ਨੂੰ ਆਪਣੇ ਮੋਹ ਵਿੱਚ ਮੋਹਿਆ ਹੋਇਆ ਹੈ। ਅਸੀਂ ਉਸ ਵਿੱਚ ਮਗਨ ਹਾਂ। ਇਸ ਕਰਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਸ ਰਾਹੋ ਦੇ ਪਦੇ ਰਾਹੀਂ ਸਾਨੂੰ ਸਮਝਾਇਆ ਕਿ ਇਹ ਮਨੁੱਖ ਦੱਸੋ ਤਾਂ ਸਹੀ ਕਿਵੇਂ ਪਰਮਾਤਮਾ ਦੇ ਗੁਣ ਗਾ ਸਕਦਾ, ਜਿਹੜਾ ਮਨੁੱਖ ਦਿਨ ਰਾਤ ਮਾਇਆ ਦੇ ਵਿੱਚ ਹੀ ਗਲਤਾਨ ਹੈ, ਮਾਇਆ ਵਿੱਚ ਹੀ ਮਸਤ ਹੈ। ਮਾਇਆ ਵਿੱਚ ਸੁੱਤੇ ਨੂੰ ਤੇ ਸਤਿਗੁਰ ਨੇ ਇਸ ਤਰ੍ਹਾਂ ਕਿਹਾ ਜਿਵੇਂ ਕੋਈ ਮਦ ਦੇ ਵਿੱਚ ਸੁੱਤਾ ਹੁੰਦਾ ਹੈ ਤੇ ਉਸ ਨੂੰ ਵੀ ਕੁਝ ਸੁਣਾਈ ਨਹੀਂ ਦਿੰਦਾ। ਇਸ ਤਰ੍ਹਾਂ ਅਸੀਂ ਸੰਸਾਰ ਦੇ ਇਹਨਾਂ ਪਦਾਰਥਾਂ ਵਿੱਚ, ਮਾਇਆ ਦੇ ਮੋਹ ਵਿੱਚ ਮਸਤ ਹਾਂ, ਗਲਤਾਨ ਹੋਏ ਹਾਂ। ਗੁਰੂ ਸਾਨੂੰ ਜਗਾਉਣਾ ਚਾਹੁੰਦਾ ਹੈ, ਅਸੀਂ ਗੁਰੂ ਦੀ ਗੱਲ ਤੋਂ ਜਾਗਦੇ ਨਹੀਂ। ਇਹ ਜਗਾਉਣ ਦੇ ਤਾਂ ਬਚਨ ਨੇ ਨਾ। ਜਦੋਂ ਸਾਹਿਬ ਕਹਿੰਦੇ ਨੇ ਅਨਕਾਏ ਰਾਤੜੀਆ ਵਾਟ ਦੁਹੇਲੀ ਰਾਮ, ਪਾਪ ਕਮਾਵੰਦਿਆਂ ਤੇਰਾ ਕੋਏ ਨਾ ਵੇਲੀ ਰਾਮ, ਕੋਏ ਨਾ ਵੇਲੀ ਹੋਏ ਤੇਰਾ ਸਦਾ ਪਛੋਤਾਵੇ, ਪਰ ਅਸੀਂ ਫਿਰ ਵੀ ਨਹੀਂ ਜਾਗੇ। गुरु ने ते जगाया गोविंद, हम ऐसे अपराधी, जिन प्रभ जियो पिंड था दिया तिनकी भाव, भगत ना साधी। गुरु ने जगाया। असी बाणी भी पढ़ ली कि ए शरीरा मेरे इस जग में आए कै क्या तुध कर्म कमाया, के कर्म कमाया तुध शरीरा जा तू जग में आया, जिन हर तेरा रचन रचया सो हर मन ना वसाया। असी फिर भी नहीं जागे। गुरु ने ते सानू जतन किया जगाण दा। जिवें बच्चे नूं नींद आंदी होवे ना ते कई मां झंझोड़दी है, सतगुर दी बाणी साडे हिरदे नूं झंझोड़दी है, असीं तां भी नहीं गल सुणदे सतगुरां दी, क्योंकि माया दी नींद च सो गए हां ते ये मनुखा जीवन लंघी जा रहा है। रैन गवाई सोए कै दिवस गवाया खाए, हीरे जैसा जन्म है कोडी बदले जाए। ये कुछ चल रहा साडे नाल। फिर साहिब गुरु तेग बहादुर महाराज अगे कृपा करते ने, आखन लगे पूत मीत माया ममता स्यों, ए विद आप बंधावे। एहनस मगन रह माया में की चीज है। माया किसी नूं कहंदे ने। कई बार एक भुलेखा पै जाता है ना भी शायद ये धन दे बारे जिक्र चल रहा है, धन विच नहीं। गुरबाणी दे मुताबिक माया की है? सदु कहंदे यह माया जित हर विसरै मोह उपजै भाव दूजा लाया। वो माया का रूप सतगुर अगे बयान कर रहे हैं कि माया की है। कहते ने पुत्र मित्र, माया ममता स्यों, माया दी अपनत, ये सारिया चीज़ां जिहड़ियां ने ये माया का स्वरूप ने। मता समझो कि तन्नू केवल गुरबाणी ने माया कहा, केवल तन्नू सतगुर ने माया नहीं कहा। इत्थे तां वो हर एक चीज माया का स्वरूप है जिसने सानू रब परमेश्वर नूं भुला दिता है। वो परिवार भी हो सकता है, वो पदार्थ भी हो सकते ने, वो घर भी हो सकता है, घर दे सुख सहूलतां भी हो सकदियां। असीं यही कहंदे ना भी इस गुरुद्वारे आउंदे सी नहीं आ पाउंदे जी घर दे विच असीं फस गए हां। मैं तो बड़ा हैरान हुन्ना। कुछ कहंदे ने कि बच्चे का ब्याह कर लिया इस करके फस गए ने, कुछ कहते ने बच्चे का ब्याह नहीं होया इस करके फस गए ने। बड़े ने ऐसे। अगे बच्चे हो गए जी की करिए, गुरुद्वारे तो आ ही नहीं हुंदा, गुरबाणी पढ़ी नहीं हुंदी, इदां ही कहंदे ना। ते एक ही चीज ये माया नहीं, जिहड़ी चीज सानू वाहिगुरु जी नालों तोड़दी है, परमेश्वर नालों विछोड़दी है, गुरु तेग बहादुर महाराज कहंदे ये सारी चीज़ां माया का स्वरूप ने। इसनूं महाराज हुण अगे विस्तार करके दस रहे ने। पूत मीत माया ममता स्यों, ए विद आप बंधावे। महाराज कहंदे हे भाई, माया दे मोह विच मस्त रहन वाला जिहड़ा मनुख है, पुत्र मित्र माया आदिक दी अपणत नाल वजिया रहिंदा है, अपणत नाल। इस है मेरी है। इसनूं गुरु तेग बहादुर महाराज ने एक थां होर भी जिक्र कीता है। सतगुर कहंदे ने मन रे कौन कुमत लीनी, इत्थे भी जिक्र किया सतगुर ने।
ਕਿ ਮਨੁੱਖ ਦੀ ਹਾਲਤ ਵੇਖੋ। ਇਸ ਸ਼ਬਦ ਦੇ ਵਿੱਚ ਕਹਿੰਦੇ ਨੇ, ਮਨ ਰੇ ਕੋਣ ਕੁਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੈ ਕੀਨੀ, ਮੁਕਤ ਪੰਥ ਜਾਣਿਓ ਤੈ ਨਾਹਨ, ਤਨ ਜੋਰਨ ਕੋ ਧਾਇਆ, ਅੰਤ ਸੰਗ ਕਾਹੂ ਨੀ ਦੀਨਾ, ਬਿਰਥਾ ਆਪ ਬੰਧਾਇਆ। ਇੱਥੇ ਵੀ ਕਹਿ ਰਹੇ ਨੇ, ਇਹ ਵਿਦ ਆਪ ਬੰਧਾਵੈ। ਇਸ ਤਰ੍ਹਾਂ ਆਪਣੇ ਆਪ ਨੂੰ ਮਨੁੱਖ ਜਿਹੜਾ ਹੈ ਨਾ, ਉਹ ਬੰਧਨਾਂ ਦੇ ਵਿੱਚ ਬੰਨੀ ਰੱਖਦਾ ਹੈ। ਬੰਧਨ ਹੈ ਨਹੀਂ, ਪਰ ਇਸ ਨੇ ਸਮਝਿਆ ਹੋਇਆ ਵੀ ਮੇਰੇ ਕਰਕੇ ਗੱਡੀ ਚੱਲ ਰਹੀ ਹੈ, ਜੇ ਮੈਂ ਨਾ ਹੋਵਾਂ ਤੇ ਕਰ ਕਿਵੇਂ ਚਲੇ। ਮੈਨੂੰ ਮੁਸਕਿਨ ਸਾਹਿਬ ਜੀ ਦੀ ਗੱਲ ਬੜੀ ਪਿਆਰੀ ਲੱਗਦੀ ਸੀ। ਕਿਸੇ ਨੇ ਉਹਨਾਂ ਨੂੰ ਕਿਹਾ ਵੀ ਜੇ ਮੈਂ ਨਾ ਹੋਵਾਂ ਨਾ ਇਹ ਕਰਨਾ ਚੱਲੇ, ਤੇ ਉਹਨਾਂ ਨੇ ਉਹ ਸੀਸਗੰਜ ਸਾਹਿਬ ਕਥਾ ਕਰਨ ਆਏ ਸੀ, ਤੇ ਉਹਨਾਂ ਨੇ ਸਹਿਜ ਸੁਭਾਅ ਕਹਿ ਦਿੱਤਾ ਵੀ ਮਰ ਕੇ ਵੇਖ, ਤੇਰਾ ਘਰ ਤਾਂ ਵੀ ਚੱਲਣਾ। ਉਚਾਰਨ ਕਰੋ ਸਤਨਾਮ, ਭੁਲੇਖਾ ਨਾ ਰੱਖੀ, ਤੇਰੇ ਕਰਕੇ ਘਰ ਚੱਲਦਾ, ਮਰ ਕੇ ਵੇਖ ਤੂੰ ਤਾਂ ਵੀ ਚੱਲਣਾ ਹੈ। ਇਹ ਬੰਦਾ ਕਹਿੰਦਾ ਮੇਰੇ ਕਰਕੇ ਪਰਿਵਾਰ ਪਲ ਰਿਹਾ, ਮੇਰੇ ਕਰਕੇ ਬੱਚੇ ਪਲਦੇ ਨੇ, ਮੇਰੇ ਕਰਕੇ ਘਰ ਚੱਲਦਾ। ਜਦੋਂ ਬੰਦਾ ਮਰ ਜਾਂਦਾ ਫਿਰ ਵੀ ਘਰ ਚੱਲ ਰਿਹਾ ਹੁੰਦਾ। ਇਸ ਕਰਕੇ ਸਾਡੇ ਕਰਕੇ ਕੁਝ ਨਹੀਂ ਹੋ ਰਿਹਾ। ਹਾਂ, ਸਾਡੀ ਡਿਊਟੀ ਲੱਗੀ ਹੈ ਵਾਹਿਗੁਰੂ ਜੀ ਵੱਲੋਂ, ਪਰਿਵਾਰ ਨੂੰ ਸੰਭਾਲਣ ਦੀ, ਪਾਲਣ ਦੀ, ਉਹਨਾਂ ਨੂੰ ਸ਼ੁਭ ਸਿੱਖਿਆ ਦੇਣ ਦੀ। ਪਰ ਇਹ ਭੁਲੇਖਾ ਕਦੀ ਨਾ ਜੀਵਨ 'ਚ ਰੱਖਿਓ ਵੀ ਸਾਡੇ ਕਰਕੇ ਇਹ ਕੁਝ ਚੱਲ ਰਿਹਾ। ਜਦੋਂ ਅਸੀਂ ਨਾ ਸੀ ਤਾਂ ਵੀ ਚੱਲਦਾ ਸੀ ਸੰਸਾਰ ਤੇ, ਨਾ ਨਹੀਂ ਹੋਵਾਂਗੇ ਤਾਂ ਵੀ ਚੱਲੇਗਾ। ਅਸੀਂ ਆਪਣੇ ਆਪ ਨੂੰ ਪਰ ਇਹਨਾਂ ਬੰਧਨਾਂ ਦੇ ਵਿੱਚ, ਗੁਰੂ ਤੇਗ ਬਹਾਦਰ ਮਹਾਰਾਜ ਆਖਣ ਲੱਗੇ ਕਿ ਇਹਨਾਂ ਬੰਧਨਾਂ ਦੇ ਵਿੱਚ ਆਪਣੇ ਆਪ ਨੂੰ ਬੰਨੀ ਰੱਖਦੇ ਹਾਂ, ਕਿਉਂਕਿ ਸਾਡਾ ਇਹ ਭੁਲੇਖਾ ਬਣਿਆ ਰਹਿੰਦਾ ਹੈ ਵੀ ਸ਼ਾਇਦ ਮੇਰੇ ਕਰਕੇ। ਪਰ ਮਹਾਰਾਜ ਕਹਿੰਦੇ ਨਹੀਂ ਭਾਈ ਸਿੱਖਾ, ਇਹ ਤਾਂ ਵਾਹਿਗੁਰੂ ਸਭ ਨੂੰ ਚਲਾਉਣ ਵਾਲਾ, ਇਸ ਕਰਕੇ ਇਹਨਾਂ ਬੰਧਨਾਂ ਦੇ ਵਿੱਚ ਆਪਣੇ ਆਪ ਨੂੰ ਬੰਨੀ ਨਾ ਰੱਖ। ਫਿਰ ਕਹਿੰਦੇ ਨੇ ਕਿਉਂ ਬੰਨੀ ਰੱਖਦੇ ਨੇ, ਕੀ ਹੋ ਰਿਹਾ ਅੱਗੇ? ਕਹਿਣ ਲੱਗੇ, ਮ੍ਰਗ ਤ੍ਰਿਸ਼ਨਾ ਜਿਉ ਝੂਟੋ ਇਹ ਜਗ, ਦੇਖ ਤਾਸ ਉਠ ਤਹਾਵੈ। ਇਹ ਜਿਹੜਾ ਸੰਸਾਰ ਹੈ ਨਾ, ਸਤਿਗੁਰ ਕਹਿੰਦੇ, ਕਿਉਂਕਿ ਮਨੁੱਖ ਜਿਹੜਾ ਹੈ ਉਹ ਮਾਇਆ ਗਰਸਿਆ ਮਨੁੱਖ ਇਹ ਨਹੀਂ ਸਮਝਦਾ ਕਿ ਇਹ ਜਗਤ ਤਾਂ ਨੀਰੀ ਠੱਗ ਬੁੱਟੀ ਦੀ ਤਰ੍ਹਾਂ ਹੈ। ਜਿਵੇਂ ਕਿ ਇੱਕ ਮ੍ਰਗ ਹਿਰਨ, ਹੁਣ ਉਸਨੂੰ ਕਸਤੂਰੀ ਦੀ ਸੁਗੰਧੀ ਆਉਂਦੀ ਹੈ, ਪਰ ਉਹ ਹੁੰਦੀ ਉਸਦੇ ਅੰਦਰ, ਉਸਨੂੰ ਲੱਭਦਾ ਬਾਹਰ ਹੈ। ਇੱਕ ਗੱਲ ਮੈਂ ਬੇਨਤੀ ਰੂਪ ਚ ਕਰਾਂ, ਜਦੋਂ ਵੀ ਸਿੱਖੋ ਸੁੱਖ ਮਿਲੇਗਾ ਅੰਦਰੋਂ ਮਿਲਣਾ ਹੈ, ਅਸੀਂ ਸੁੱਖ ਬਾਹਰ ਲੱਭਦੇ ਫਿਰ ਰਹੇ। ਸਾਰਿਆਂ ਦੀ ਸਾਡੀ ਹਾਲਤ ਹੈ ਕਿ ਅਸੀਂ ਸੁੱਖ ਨੂੰ ਬਾਹਰ ਲੱਭਣ ਦਾ ਯਤਨ ਕੀਤਾ ਅਜੇ ਤੱਕ। ਤੁਸੀਂ ਕਹੋਗੇ ਬਾਹਰ ਕਿਵੇਂ? ਅਸੀਂ ਸੋਚਦੇ ਹਾਂ ਘਰ ਵੱਡਾ ਹੋ ਜਾਏਗਾ ਸੁਖੀ ਹੋ ਜਾਵਾਂਗੇ, ਏਦਾਂ ਹੀ ਨਾ, ਧਨ ਜ਼ਿਆਦਾ ਹੋ ਜਾਏਗਾ ਸੁਖੀ ਹੋ ਜਾਵਾਂਗੇ। ਇਸ ਦਾ ਅਰਥ ਹੈ ਕਿ ਅਸੀਂ ਸੁੱਖ ਨੂੰ ਬਾਹਰ ਲੱਭਣ ਦਾ ਯਤਨ ਕਰ ਰਹੇ ਹਾਂ। ਤੇ ਸਾਡੀ ਜਿਹੜੀ ਤ੍ਰਿਸ਼ਨਾ ਹੈ ਨਾ, ਉਹ ਮਹਾਰਾਜ ਕਹਿੰਦੇ ਨੇ ਉਹ ਇਸ ਤਰ੍ਹਾਂ ਹੀ ਹੈ ਜਿਵੇਂ ਕਿ ਇੱਕ ਹਿਰਨ ਦੇ ਨਾਲ ਹੁੰਦਾ ਹੈ। ਜਿਵੇਂ ਕਿ ਹਿਰਨ ਜਿਹੜਾ ਹੈ ਨਾ, ਉਹ ਠੱਗ ਨੀਰੀ ਨੂੰ ਵੇਖ ਕੇ ਉਸਦੇ ਵੱਲ ਦੌੜਦਾ ਹੈ। ਜਿਹੜੇ ਹਿਰਨ ਫੜਨ ਵਾਲੇ ਨੇ ਨਾ, ਉਹ ਇਸ ਤਰ੍ਹਾਂ ਦਾ ਕਰਦੇ ਨੇ ਕਿ ਹਿਰਨ ਉਸਦੇ ਵੱਲ ਦੌੜਿਆ ਆਵੇ ਤੇ ਹਿਰਨ ਆ ਕੇ ਫਸ ਜਾਂਦਾ ਹੈ। ਇਸ ਤਰ੍ਹਾਂ ਇਹ ਸਾਰੇ ਪਦਾਰਥ ਜਿਹੜੇ ਨੇ ਨਾ, ਮਹਾਰਾਜ ਕਹਿੰਦੇ ਮ੍ਰਗ ਤ੍ਰਿਸ਼ਨਾ ਜਿਉ ਝੂਟੋ ਇਹ ਜਗ, ਇਹ ਜਗਤ ਨਾਸਵੰਤ ਜਿਹੜਾ ਸੰਸਾਰ ਹੈ ਨਾ, ਇਹ ਇਸ ਤਰ੍ਹਾਂ ਹੈ ਜਿਵੇਂ ਮ੍ਰਗ ਤ੍ਰਿਸ਼ਨਾ। ਤਾਸ ਦੇਖ ਤਾਸ ਉਠ ਤਹਾਵੈ, ਜਿਵੇਂ ਹਿਰਨ ਉਸਨੂੰ ਵੇਖ ਕੇ ਠੱਗ ਨੀਰੀ ਨੂੰ ਦੌੜਦਾ ਹੈ, ਇਸ ਤਰ੍ਹਾਂ ਅਸੀਂ ਦੌੜ ਰਹੇ ਹਾਂ। ਇਹਨੂੰ ਥੋੜਾ ਖੁਲਾਸਾ ਕਰ ਲਵਾਂ, ਕਿਉਂਕਿ ਲਫ਼ਜ਼ ਠੱਗ ਨੀਰੀ ਸਾਰਿਆਂ ਦੇ ਸਮਝ ਨਹੀਂ ਆਉਣਾ। ਅਸਲ ਵਿੱਚ ਠੱਗ ਨੀਰੀ ਕੀ ਹੈ? ਨੀਰ ਕਹਿੰਦੇ ਨੇ ਪਾਣੀ ਨੂੰ। ਠੱਗ ਨੀਰੀ ਦਾ ਅਰਥ ਹੈ ਕਿ ਕਈ ਵਾਰੀ ਹਿਰਨ ਜਿਹੜਾ ਹੈ ਨਾ, ਜਦੋਂ ਪਹਿਲਾਂ ਉਹ ਕਸਤੂਰੀ ਦੀ ਸੁਗੰਧੀ ਵਾਸਤੇ ਦੌੜਦਾ ਹੈ, ਦੌੜਦੇ ਦੌੜਦੇ ਨੂੰ ਪਿਆਸ ਲੱਗਦੀ ਹੈ। ਥੋੜੀ ਗੱਲ ਕਲੀਅਰ ਹੋ ਜਾਏ, ਕਿਉਂਕਿ ਕਈਆਂ ਨੂੰ ਪਤਾ ਹੀ ਨਹੀਂ ਚੱਲਣਾ ਇਸ ਚੀਜ਼ ਦਾ। ਤੇ ਜਦੋਂ ਉਹ ਦੌੜਦਾ ਹੈ, ਉਹਨੂੰ ਪਿਆਸ ਲੱਗਦੀ, ਉਸ ਤੋਂ ਬਾਅਦ ਉਹ ਪਾਣੀ ਵਾਸਤੇ ਦੌੜਦਾ ਹੈ, ਤੇ ਸਾਹਮਣੇ ਜਿਹੜਾ ਰੇਤ ਦਾ ਟਿੱਲਾ ਹੈ ਨਾ, ਉਸਨੂੰ ਠੱਗ ਨੀਰੀ ਕਹਿੰਦੇ ਨੇ। ਪਾਓ ਕਿ ਲੱਗਦਾ ਪਾਣੀ ਹੈ ਪਰ ਪਾਣੀ ਹੁੰਦਾ ਨਹੀਂ। ਹਿਰਨ ਦੌੜਦਾ ਵੀ ਸਾਹਮਣੇ ਪਾਣੀ ਹੈ, ਉਹ ਦੌੜਦਾ ਉੱਥੇ ਪਹੁੰਚਦਾ ਤੇ ਪਾਣੀ ਹੈ ਨਹੀਂ ਹੈ।
पर जो दूरों भुलेखा लग रहा होंदा है उस टीले नूं वेख के भी सामने उत्थे पानी है, क्योंकि सूरज दीयां किरणां पै रहीआं होंदियां ने ते ओह रेत चमकदी है पानी की तरह, पर पानी हुंदा नहीं उत्थे। ओह दौड़दा है, उत्थे पहुंचदा पानी नहीं, फिर अगे होर दौड़दा है, अगे भी इस तरह का टिला नज़र आउंदा, उत्थे भी सूरज दीयां किरणां पै रहीआं ने, वह भी पानी नज़र आ रहा, उत्थे पहुंचदा उत्थे भी पानी नहीं। आखिर दौड़दा दौड़दा प्राण त्याग दिंदा है, दम तोड़ दिंदा है। दौड़िया सी कस्तूरी की प्राप्ति वास्ते, पर हुण दौड़ पानी की लग गई। यही साडी हालत है, सुखां वास्ते दौड़दे हां, दौड़ना माया दे पिछे शुरू कर दिंदे हां। ते सतगुर उस विचारधारा नूं समझा रहे ने कि मृग तृष्णा जो झूठो ए जग देख तास उठतावै। जगत नूं वेख के ये मनुख जिहड़ा ना इस वल दौड़दा रहिंदा है कि यह भी हासिल कर लवां, यह भी हासिल कर लवां, यह भी मिल जाए, नवीं कार आई है यह भी खरीद लवां, नवां घर भी खरीद लवां, भावें 4-5 अगे ही कईयां दे कोल हुंदे ने, फिर भी एक तृष्णा भी एक होर खरीद लवां। कई बंदे मैं वेखे ने भी हर वारी जो नवीं कार कोई आनी, नवीं कार खरीद लैनी, यह भी खरीद लवां। असी जगत दे जिमें जिमें संसार दीयां चीज़ां नूं देखदे हां उस वल दौड़दे हां, फिर की हुंदा है, साडी आत्मिक मौत हो जाती है। उन्हां चीज़ां च लगे रहंदे हां, असी आत्मिक तौर तो मर जाते हाँ। ए विद आप बंधावै मृग तृष्णा जो झूठो ए जग देख तास उड़तावै, उस वल दौड़दा है, आत्मिक मौत सह लैंदा। फिर कहंदे ने भुगत मुकत का कारण स्वामी मूड़ ताहे विसरावै। सतगुर आखदे ने कि मनुख दी एक हालत है मूड़, मूड़ दा अर्थ है मूर्ख मनुख। मूर्ख मनुख जिहड़ा ना उस मालक प्रभु नूं भुलाई रखदा है ते जिहड़ियां दुनिया दे भोगां ते सुखां दा भी मालक है, जिहड़ा मोख दा दाता है, हर एक काम दा कारण है, उसनूं इह विसार के रखदा है, भुलाई रखदा, जीवन च याद ही नहीं आउंदा, रब परमात्मा चेते नहीं आउंदा। आओ कि यह मूर्ख मनुख की हालत धन गुरु तेग बहादुर महाराज समझा रहे हैं कि मूर्ख मनुख जिहड़ा उस मालक प्रभु नूं भुलाई रखदा है, मूड़ ताहे विसरावै। मूर्ख मनुख उस परमात्मा नूं विसरावै दा अर्थ है भुलाई रखदा है। मालक है कि मुकत भुगत का कारण स्वामी, स्वामी का अर्थ है मालक, भुगत का अर्थ है भोग, भोग का अर्थ होंदा पदार्थ सुख, मुकत मुक्ति का अर्थ है जीवन के अंदर मुक्ति हो जानी, बंद खलासी हो जानी, मोख दे देण वाला। आओ कि जिहड़ा मोख देण वाला है उसनूं ये मनुख भुलाई रखदा है, वो चेते नहीं आउंदा। जिसने मुक्ति देनी है, जिसने सारे पदार्थ देने ने। जदों तुसीं जैतश्री राग का पहला शब्द गुरु रामदास महाराज का पढ़ते हो ना, तो उत्थे भी सतगुरु जी ने यही गल आखी कि मेरे हियर रतन नाम हर वस्या, गुरु हाथ धरियो मेरे माथा, जन्म जन्म के किलविख दुख उतरे, गुरु नाम दियो दिन लाथा, मेरे मन जप राम नाम सब अर्था। मर कहते उस सब अर्थां दा अर्थ है माया दे मालक नूं हे मन जप, मेरे मन जप राम नाम सब अर्था, गुरपुर हर नाम दृढ़ाया, बिन नाम जीवन व्यर्था। जे तेरे को नाम नहीं ते तेरा जीवन व्यर्थ है, किसी लेखे नहीं। पर मूर्ख मनुख तो उस वाहिगुरू नूं भुलाई रखदा है जिहदे कोल सारे पदार्थ ने। ताई धन गुरु अर्जन देव जी महाराज ने आख्या सी, कहंदे सिख कल याद रखी, सबे थोक प्राप्ते जे आमै एक हथ। जे वाहिगुरू हथ आ गया ना तो सब कुछ थोक च ही मिल जाना, जे तेरे रब हथ च आ गया। पर वो आउंदा कोई नहीं, कि उहदे वास्ते जतन ही कोई नहीं साडा। असीं तां उहनूं भुलाई बैठे हैं ना। जदों कोई वड्डी ठोकर लगदी है तां किते रब चेते आउंदा है, नहीं तां मूर्ख मनुख नूं रब किथे अपना तन चेते आउंदा है, परिवार चेते आउंदा है, अपनी मैं चेते आउंदी है, जिहड़ा सब कुछ देण वाला वो चेते नहीं आउंदा। अगले वचन कीते सतगुर ने, कहण लगे जन नानक कोटन मैं को भजन राम को पावै। आखन लगे हे दास नानक, धन गुरु तेग बहादुर महाराज सतगुर कहते ने हे दास नानक आख, करोड़ों में कोई विरला मनुख है
ਜਿਹੜਾ ਜਗਤ ਠਗ ਨੀਰੀ ਦੇ ਮੋਹ ਤੋਂ ਬਚ ਕੇ ਤੇ ਪਰਮਾਤਮਾ ਦੀ ਭਗਤੀ ਪ੍ਰਾਪਤ ਕਰਦਾ ਹੈ, ਵਾਹਿਗੁਰੂ ਦਾ ਸਿਮਰਨ ਹਾਸਲ ਕਰਦਾ ਹੈ। ਕਹਿੰਦੇ ਕੋਈ ਬਿਰਲਾ ਬਿਰਲਾ ਮਨੁੱਖ ਹੈ, ਉਸ ਭਜਨ ਨੂੰ ਕੋਈ ਕੋਈ ਬਿਰਲਾ ਪਾਉਂਦਾ ਹੈ। ਭਜਨ ਰਾਮ ਕੋ ਪਾਵੈ, ਰਾਮ ਦੇ ਭਜਨ ਨੂੰ ਕੋ ਬਿਰਲਾ, ਕੋਈ ਬਿਰਲਾ ਮਨੁੱਖ ਪ੍ਰਾਪਤ ਕਰਦਾ ਹੈ। ਭਜਨ ਚ ਆਨੰਦ ਬੜਾ ਹੈ, ਸੁਖ ਬੜਾ ਹੈ, ਰਸ ਬੜਾ ਹੈ, ਪਰ ਜਦੋਂ ਤੱਕ ਉਸ ਦਾ ਰਸ ਨਹੀਂ ਆਇਆ ਤੇ ਉਹ ਰਸ ਸਾਨੂੰ ਕੋਈ ਦੱਸੇ ਵੀ ਨਾ ਉਸ ਦੇ ਵਿੱਚ ਬੜਾ ਰਸ ਹੈ ਤੇ ਸਾਨੂੰ ਨਹੀਂ ਸਮਝ ਆਉਣੀ। ਕਿਉਂਕਿ ਜਿੰਨਾ ਚਿਰ ਅਸੀਂ ਆਪਣੇ ਜੀਵਨ ਵਿੱਚੋਂ ਸ਼ਬਦ ਮਰੋ ਫਿਰ ਜੀਵੋ ਸਦਹੀ ਤਾਂ ਫਿਰ ਮਰਨ ਨਾ ਹੋਈ, ਅੰਮ੍ਰਿਤ ਨਾਮ ਸਦਾ ਮਨ ਮਿੱਠਾ ਸ਼ਬਦੇ ਪਾਵੇ। ਕੋਈ ਜਦ ਤੱਕ ਸ਼ਬਦ ਨਾਲ ਨਹੀਂ ਜੁੜਦੇ ਨਾ ਤੇ ਅੰਮ੍ਰਿਤ ਨਾਮ ਸਦਾ ਮਨ ਮਿੱਠਾ ਉਹ ਸਾਨੂੰ ਚੰਗਾ ਨਹੀਂ ਲੱਗਦਾ, ਕਿਉਂਕਿ ਸਵਾਦ ਹੀ ਨਹੀਂ ਲਿਆ। ਜਿਹੜੀ ਚੀਜ਼ ਕਦੇ ਖਾਧੀ ਨਾ ਹੋਵੇ ਉਸ ਬਾਰੇ ਕੋਈ ਦੱਸੇ ਤੇ ਸਾਨੂੰ ਕਿਵੇਂ ਪਤਾ ਚੱਲਣਾ? ਭਾਵੇਂ ਜਿਤਨਾ ਮਰਜ਼ੀ ਰਸ ਹੋਵੇ, ਉਹ ਤਾਂ ਜਦੋਂ ਅਸੀਂ ਵਰਤਾਂਗੇ ਤਾਂ ਪਤਾ ਚੱਲਦਾ ਵੀ ਕਿਤਨਾ ਕੁ ਰਸ ਹੈ। ਇਸ ਤਰ੍ਹਾਂ ਹੀ ਪਰਮਾਤਮਾ ਦੇ ਭਜਨ ਵਿੱਚ ਬੜਾ ਰਸ ਜੇ, ਪਰ ਉਸ ਭਗਤੀ ਨੂੰ ਕੋਈ ਬਿਰਲਾ ਬਿਰਲਾ ਮਨੁੱਖ ਮਾਇਆ ਦੇ ਮੋਹ ਤੋਂ ਬਚ ਕੇ ਹਾਸਲ ਕਰਦਾ ਹੈ। ਨਹੀਂ ਤਾਂ ਅਸੀਂ ਮਾਇਆ ਦੇ ਮੋਹ ਵਿੱਚ ਹੀ ਮਗਨ ਰਹਿੰਦੇ ਹਾਂ। ਇਹ ਰਸ ਸੰਸਾਰ ਦਾ ਹੀ ਸਾਨੂੰ ਚੰਗਾ ਲੱਗਦਾ ਹੈ ਤੇ ਭਗਤਾਂ ਨੇ ਕਹਿ ਦਿੱਤਾ ਕਿ ਰਾਮ ਰਸ ਪਿਆਰੇ, ਜੇ ਰਸ ਵਿਸਰ ਗਏ ਰਸ ਹੋਰ, ਵੀ ਹੋਰ ਸਾਰੇ ਰਸ ਸਾਨੂੰ ਭੁੱਲ ਹੀ ਗਏ ਕਿਉਂਕਿ ਵਾਹਿਗੁਰੂ ਦੇ ਨਾਮ ਦਾ ਰਸ ਅਸੀਂ ਪੀ ਲਿਆ। ਇਸ ਕਰਕੇ ਪਿਆਰਿਓ ਯਤਨ ਕਰਿਆ ਕਰੋ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਕਿ ਇਹ ਰਸ ਸਾਨੂੰ ਭੁੱਲ ਜਾਏ। ਵੇਖਿਆ ਬਿਨ ਵਨ ਫੀਕਾ ਤਿਆਗ ਦੀ ਸਕੀਏ, ਨਾਮ ਮਹਾਰਸ ਪੀਓ। ਮਹਾਰਾਜ ਕਹਿੰਦੇ ਨੇ ਇਹ ਸੰਸਾਰ ਦਾ ਰਸ ਜਿਹੜਾ ਨਾ ਉਹ ਵਿਖਿਆ ਦਾ ਰਸ ਹੈ, ਫਿੱਕਾ ਬਿਲਕੁਲ। ਵਿਖਿਆ ਬਨ ਫੀਕਾ ਤਿਆਗ ਦੀ ਸਖੀਏ, ਨਾਮ ਮਹਾਰਸ ਪੀਓ। ਮਹਾਰਾਜ ਕਹਿੰਦੇ ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਜੇ ਰਸ ਨਾ ਚੱਕਿਆ ਤੇ ਉਮਰ ਸਾਰੀ ਬਤੀਤ ਹੋ ਜਾਣੀ ਹੈ ਤੇ ਇਹ ਜਿੰਦ ਕਦੀ ਸੁਖੀ ਨਹੀਂ ਹੋ ਸਕਦੀ। ਸੋ ਸਤਿਗੁਰੂ ਅੱਜ ਸਾਨੂੰ ਪ੍ਰੇਰਨਾ ਕਰ ਰਹੇ ਨੇ ਕਿ ਹਰ ਰਸ ਤੈਨੂੰ ਆਏਗਾ, ਪਰ ਮਾਇਆ ਦਾ ਰਸ ਛੱਡਣਾ ਪੈਣਾ ਹੈ, ਆਪਣਾ ਜਸ ਛੱਡਣਾ ਪੈਣਾ ਹੈ। ਅਸੀਂ ਤਾਂ ਆਪਣਾ ਜਸ ਪਹਿਲਾਂ ਰੱਖਦੇ ਹਾਂ, ਸਾਡੀ ਕੋਈ ਉਸਤਤ ਕਰੇ, ਸਾਡੀ ਕੋਈ ਉਪਮਾ ਕਰੇ, ਆਪਣੀ ਜਸ ਦੀ ਗੱਲ ਪਹਿਲਾਂ ਚੇਤੇ ਰਹਿੰਦੀ ਹੈ, ਵਾਹਿਗੁਰੂ ਦਾ ਜਸ ਬਾਅਦ ਦੇ ਵਿੱਚ। ਆਪਨ ਕੋ ਦੀਰਘ ਕਰ ਜਾਣੈ ਔਰਨ ਕੋ ਲਗ ਮਾਤ। ਇਹ ਰਸ ਹੀ ਹੈ ਨਾ ਸੰਸਾਰ ਦਾ, ਵੀ ਆਪਣੇ ਆਪ ਨੂੰ ਉੱਚਾ ਸਮਝੀ ਜਾਂਦਾ ਹੈ ਤੇ ਹੋਰਾਂ ਨੂੰ ਲਗਾ ਮਾਤਰਾ ਹੀ ਸਮਝਦਾ ਵੀ ਇਹ ਤਾਂ ਹੈ ਹੀ ਨਹੀਂ ਕੁਛ। ਜਦੋਂ ਆਪਣੇ ਆਪ ਨੂੰ ਛੋਟਾ ਸਮਝਾਂਗੇ ਔਰ ਸਾਰਿਆਂ ਨੂੰ ਆਪਣੇ ਤੋਂ ਵੱਡਾ ਸਮਝਾਂਗੇ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਉਸ ਦਿਨ ਫਿਰ ਨਾਮ ਦਾ ਰਸ ਆਉਣਾ ਜੇ ਆਪਣੇ ਆਪ ਦਾ ਹੀ ਜਸ ਕਰੀ ਗਏ, ਆਪਣੀ ਉਪਮਾ ਹੀ ਚਾਹੁੰਦੇ ਰਹੇ ਵੀ ਸਾਡੀ ਉਪਮਾ ਕਰੇ। ਬਹੁਤੇ ਲੋਕ ਚਾਹੁੰਦੇ ਇਹੀ ਨੇ। ਅੱਜ ਸਾਡੇ ਗੁਰੂ ਘਰਾਂ ਵਿੱਚ ਕਥਾ ਕੀਰਤਨ ਦਰਬਾਰ ਰਾਗੀ ਢਾਡੀ ਕਥਾਵਾਚਕ ਲੱਗੇ ਨੇ, ਬਸ ਜੋ ਸੰਗਤ ਦਾ ਤੇ ਪ੍ਰਬੰਧਕ ਕਮੇਟੀਆਂ ਦਾ ਜਸ ਹੀ ਗਾਉਂਦੇ ਰਹਿੰਦੇ ਨੇ। ਬਸ ਉਹਨਾਂ ਨੂੰ ਹੋਰ ਕੋਈ ਗੱਲ ਹੀ ਨਹੀਂ ਹੈ ਵੀ ਕਿਤੇ ਵਾਹਿਗੁਰੂ ਦਾ ਜਸ ਗਾ ਲਈਏ ਅਸੀਂ। ਉਹ ਬਸ ਕਮੇਟੀ ਜੀ ਬੜੀ ਚੰਗੀ, ਪ੍ਰਬੰਧਕ ਬੜੇ ਚੰਗੇ, ਔਰ ਜੋ ਇੱਥੇ ਦੀ ਸੰਗਤ ਬੜੀ ਚੰਗੀ, ਅਸੀਂ ਉਸ ਦੇ ਵਿੱਚ ਖੁਸ਼ ਹੋ ਜਾਂਦੇ ਹਾਂ। ਪਰ ਸਾਡੀ ਕੋਈ ਕਮੀ ਦੱਸੇ ਫਿਰ ਸਾਨੂੰ ਗੁੱਸਾ ਚੜ੍ਹਦਾ ਹੈ। ਕਿਉਂ? ਕਿਉਂਕਿ ਅਸੀਂ ਆਪਣੇ ਰਸ ਵਿੱਚ ਮਗਨ ਹਾਂ ਤੇ ਨਾਮ ਦਾ ਰਸ ਨਹੀਂ ਆਉਣਾ। ਗੁਰੂ ਕਿਰਪਾ ਕਰੇ ਅਸੀਂ ਵਾਹਿਗੁਰੂ ਦੇ ਨਾਮ 'ਚ ਰਸ ਨੂੰ ਮਾਣੀਏ, ਔਰ ਮਾਇਆ ਦਾ ਮਗਨਤਾ ਜਿਹੜੀ ਹੈ ਜਿਵੇਂ ਜਿਵੇਂ ਛੱਡਦੇ ਜਾਵਾਂਗੇ ਉੱਦਾਂ ਉੱਦਾਂ ਸਾਡੇ ਅੰਦਰ ਨਾਮ ਦਾ ਰਸ ਵਸਦਾ ਜਾਵੇਗਾ। ਇਹਨਾਂ ਸਾਡੇ ਹਿਰਦੇ ਵਿੱਚ ਨਾਮ ਰਸ ਵਸ ਗਿਆ, ਪਰਮਾਤਮਾ ਜਦ ਸਾਡੇ ਹਿਰਦੇ ਵਿੱਚ ਵਸ ਗਿਆ, ਉਸ ਦਿਨ ਸਾਡੇ ਹੋ ਜਾਣਗੇ ਇਹ ਲੋਕ ਸੁਖੀਏ ਪਰ ਲੋਕ ਸਵੇਲੇ, ਨਾਨਕ ਹਰਿ ਭੁ ਆਪੇ ਮਿਲੇ। ਧੰਨਵਾਦ ਜੀ ਸਾਰਿਆਂ ਦਾ, ਜੀ ਆਇਆਂ ਨੂੰ। ਇਤਨੇ ਬਚਨ ਪ੍ਰਵਾਨ, ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।